गुड इवनिंग स्टूडेंट्स। ਅੱਜ ਆਪਾਂ ਆਪਣਾ 5th ਚੈਪਟਰ ਹੈ ਜੀ ਸੈਕਸ਼ਨ A ਦਾ ਸਟੋਰੀ ਆਫ ਮਾਈ ਲਾਈਫ। ਇਸ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਸਟੱਡੀ ਕੀਤਾ ਹੋਇਆ ਹੈ ਚੈਪਟਰ ਨੂੰ। ਇਸ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਲੌਂਗ ਆਨਸਰ ਟਾਈਪ ਕੁਐਸਚਨਸ, ਇਹਦੀਆਂ ਐਕਸਰਸਾਈਜ਼ ਦੀ ਸੋਲੂਸ਼ਨਸ, ਇਹ ਆਪਾਂ ਸਾਰਾ ਕੁਝ ਕਵਰ ਕਰ ਚੁੱਕੇ। ਜੋ ਸਾਡਾ ਰਹਿੰਦਾ ਹੈ ਉਹ ਹੈ ਇਸ ਦੇ ਆਬਜੈਕਟਿਵ ਟਾਈਪ ਕੁਐਸਚਨ ਜੋ ਪੇਪਰ ਚੋਂ ਇਸ ਚੈਪਟਰ ਚੋਂ ਬਣ ਸਕਦੇ ਨੇ। ਤਾਂ ਆਪਾਂ ਬੇਟਾ ਉਹ ਕਰ ਰਹੇ ਹਾਂ। ਤਾਂ ਸਾਡੇ ਜਿਹੜੇ ਕੋਲੇ ਸਾਡੇ ਰਿਵੀਜ਼ਨ ਮਟੀਰੀਅਲ ਨੇ ਸਾਡੀ ਐਜੂਕੇਸ਼ਨ ਪੋਰਟਲ ਸਾਈਟ ਤੇ ਪਏ ਨੇ, ਤਾਂ ਉਹੀ ਅਸੀਂ ਕਰਨ ਜਾ ਰਹੇ ਹਾਂ। ਤਾਂ ਸਾਡਾ ਪਹਿਲਾ ਕੁਐਸਚਨ ਹੈ ਜੀ ਕਿ ਨੇਮ ਦੀ ਆਥਰ ਆਫ ਦਾ ਸਟੋਰੀ ਆਫ ਮਾਈ ਲਾਈਫ। ਤਾਂ ਇਸ ਦੇ ਆਥਰ ਦਾ ਨਾਮ ਦੱਸਣਾ ਹੈ। ਤਾਂ ਤੁਹਾਨੂੰ ਪਤਾ ਬੱਚਿਓ, ਤੁਸੀਂ ਮੈਨੂੰ ਕਲਾਸ ਟੈਸਟ ਵੀ ਆਲਮੋਸਟ ਸਾਰੇ ਬੱਚੇ ਇਸ ਚੈਪਟਰ ਦਾ ਦੇ ਚੁੱਕੇ। ਹੈਲਨ ਕੈਲਰ ਦਾ ਕਰੈਕਟਰ ਸਕੈਚ ਬਹੁਤ ਸਾਰੇ ਬੱਚਿਆਂ ਨੇ ਮੈਨੂੰ ਲਿਖ ਕੇ ਦਿਖਾਇਆ ਸੀ, ਮੈਂ ਚੈੱਕ ਵੀ ਕੀਤਾ ਸੀ, ਤੁਹਾਨੂੰ ਉਹਦੀ ਫੀਡਬੈਕ ਵੀ ਦਿੱਤੀ ਸੀ। ਤਾਂ ਇਸ ਦੇ ਆਥਰ ਕੌਣ ਹੈ ਜੀ? ਹੈਲਨ ਕੈਲਰ। ਤਾਂ ਪਹਿਲੀ ਉਹ ਲਾਈਨ ਹੈ ਸਾਡੇ ਲੌਂਗ ਆਨਸਰ ਟਾਈਪ ਕੁਐਸਚਨ ਦੀ ਕਿ ਦਾ ਸਟੋਰੀ ਆਫ ਮਾਈ ਲਾਈਫ ਇਜ਼ ਰਿਟਨ ਬਾय ਹੈਲਨ ਕੈਲਰ। ਤਾਂ ਇੱਥੇ ਸਿਰਫ ਅਸੀਂ ਆਥਰ ਦਾ ਨਾਮ ਲਿਖਣਾ ਹੈ। ਉਹ ਕੌਣ ਨੇ ਜੀ? ਹੈਲਨ ਕੈਲਰ। ਐਟ ਵਟ ਏਜ ਡਿਡ ਹੈਲਨ ਪਬਲਿਸ਼ ਹਰ ਆਟੋਬਾਇਓਗ੍ਰਾਫੀ? ਹੈਲਨ ਨੇ ਆਪਣੀ ਜਿਹੜੀ ਆਟੋਬਾਇਓਗ੍ਰਾਫੀ ਸੀ, ਮਤਲਬ ਕਿ ਜੋ ਉਹਨਾਂ ਦਾ ਆਪਣਾ ਸਵੈ ਜੀਵਨੀ ਸੀ, ਉਹ ਕਿਸ ਏਜ ਦੇ ਵਿੱਚ ਪਬਲਿਸ਼ ਕੀਤੀ? ਕੀ ਉਮਰ ਸੀ ਜਦੋਂ ਉਹਨਾਂ ਨੇ ਆਪਣੀ ਸਵੈ ਜੀਵਨੀ ਲਿਖਤੀ ਸੀਗੀ? ਤੇ ਉਹਨਾਂ ਦੀ ਸਵੈ ਜੀਵਨੀ ਦਾ ਨਾਮ ਤੁਹਾਨੂੰ ਮੈਂ ਦੱਸਿਆ ਦਾ ਸਟੋਰੀ ਆਫ ਮਾਈ ਲਾਈਫ ਹੈ। ਤੇ ਉਹ ਕਦੋਂ ਲਿਖੀ ਗਈ ਸੀ ਜੀ? ਜਦੋਂ ਉਹ 22 ਇਅਰਸ ਦੇ ਸੀਗੇ, 22 ਸਾਲਾਂ ਦੇ ਸੀਗੇ ਉਸ ਸਮੇਂ ਹੈਲਨ ਕੈਲਰ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਸੀ। ਤਾਂ ਤੁਸੀਂ 22 ਇਅਰਸ ਪਾ ਕੇ ਆਣਾ। ਇਵਨ ਕਿ ਜੇ ਤੁਸੀਂ ਇਸ ਤਰ੍ਹਾਂ ਵੀ 22 ਵੀ ਪਾਏ ਆਓਗੇ ਤਾਂ ਵੀ ਮਾਰਕਸ ਆ ਸਕਦੇ ਆ, ਐਸੀ ਗੱਲ ਨਹੀਂ ਹੈ, ਲੇਕਿਨ 22 ਇੰਗਲਿਸ਼ ਪਾਉਂਗੇ ਤਾਂ ਜ਼ਿਆਦਾ ਅੱਛਾ ਹੈ। ਨੇਮ ਹੈਲਨ ਕੈਲਰਸ ਟੀਚਰ। ਬੜਾ ਆਸਾਨ ਹੈ ਜੀ ਕਿ ਹੈਲਨ ਕੈਲਰ ਦੇ ਟੀਚਰ ਦਾ ਨਾਮ ਦੱਸੋ। ਤਾਂ ਮਿਸ ਐਨ ਮੈਂਸਫੀਲਡ ਸੁਲੇਵਾਨ। ਤਾਂ ਮਿਸ ਐਨ ਮੈਂਸਫੀਲਡ ਸੁਲੇਵਾਨ ਦਾ ਨਾਮ ਬੇਟਾ ਲੌਂਗ ਆਨਸਰ ਟਾਈਪ ਕੁਐਸਚਨ ਚ ਵੀ ਆਇਆ ਹੈ। ਤਾਂ ਉਹ ਲਾਈਨ ਤੁਸੀਂ ਲਿਖੀ ਹੋਈ ਹੈ, ਯਾਦ ਕੀਤੀ ਵੀ ਹੈ, ਤੁਸੀਂ ਮੈਨੂੰ ਦਿਖਾਈ ਵੀ ਹੈ, ਤਾਂ ਤੁਸੀਂ ਉੱਥੋਂ ਹੀ ਇਹਦਾ ਆਨਸਰ ਲਿਖ ਲੈਣਾ ਹੈ ਕਿ ਮਿਸ ਐਨ ਮੈਂਸਫੀਲਡ ਸੁਲੇਵਾਨ ਹੈਲਨ ਕੈਲਰ ਦੇ ਟੀਚਰ ਸੀ। फोर्थ है जी कि व्हेन डिड एन सुलेवान कम टू टीच ਹੈਲਨ? ਕਿ ਮਿਸ ਐਨ ਮੈਂਸਫੀਲਡ ਸੁਲੇਵਾਨ ਹੈਲਨ ਨੂੰ ਪੜ੍ਹਾਉਣ ਦੇ ਲਈ ਕਦੋਂ ਆਏ? ਵੈਨ ਦਾ ਮਤਲਬ ਸਮਾਂ ਪੁੱਛਿਆ ਗਿਆ। ਤਾਂ ਤੁਹਾਨੂੰ ਪਤਾ ਬੇਟਾ ਕਿ ਇਹ ਆਲਰੇਡੀ ਪਰਕਿੰਸ ਇੰਸਟੀਟਿਊਸ਼ਨ ਚ ਪੜ੍ਹਾ ਰਹੇ ਸੀਗੇ। ਉੱਥੇ ਫਿਰ ਮੈਂ ਤੁਹਾਨੂੰ ਸਟੋਰੀ ਵੀ ਦੱਸੀ ਸੀਗੀ ਚੈਪਟਰ ਪੜ੍ਹਾਉਣ ਲੱਗੇ ਕਿ ਇਹਨਾਂ ਦੇ ਫਾਦਰ ਸਾਹਿਬ ਨੇ ਉੱਥੇ ਦੇ ਪ੍ਰਿੰਸੀਪਲ ਨਾਲ ਰਾਬਤਾ ਕਾਇਮ ਕਰਿਆ ਕਿ ਮੇਰੀ ਲੜਕੀ ਨੂੰ ਟੀਚਰ ਚਾਹੀਦੀ ਹੈ, ਸ਼ੀ ਇਜ਼ ਅ ਬਲਾਈਂਡ, ਤਾਂ ਸਾਨੂੰ ਕੋਈ ਅੱਛਾ ਟੀਚਰ ਭੇਜੋ। ਤਾਂ ਉਹਨਾਂ ਨੇ ਉਸ ਇੰਸਟੀਟਿਊਸ਼ਨ ਦੇ ਜਿਹੜੇ ਪ੍ਰਿੰਸੀਪਲ ਸੀ, ਸਭ ਤੋਂ ਅੱਛੀ ਟੀਚਰ ਜੋ ਉਹਨਾਂ ਦੀ ਸੀਗੀ ਸਕੂਲ ਦੀ, ਮਿਸ ਐਨ ਮੈਂਸਫੀਲਡ ਸੁਲੇਵਾਨ, ਉਹਨਾਂ ਨੂੰ ਭੇਜਿਆ ਸੀ। ਤਾਂ ਪੁੱਛਿਆ ਗਿਆ ਕਿ ਕਿਸ ਦਿਨ ਉਹਨਾਂ ਦੇ ਘਰ ਆਈ ਸੀਗੀ ਇਹ। ਤਾਂ ਇਹ ਤੁਸੀਂ ਬੇਟਾ ਯਾਦ ਰੱਖਣਾ ਹੈ 3 ਮਾਰਚ 1887। 3 ਮਾਰਚ 1887 ਨੂੰ ਐਨ ਮੈਂਸਫੀਲਡ ਸੁਲੇਵਾਨ ਜੋ ਟੀਚਰ ਸੀਗੇ ਉਹ ਹੈਲਨ ਕੈਲਰ ਦੇ ਘਰ ਉਹਨਾਂ ਨੂੰ ਪੜ੍ਹਾਉਣ ਆ ਗਏ ਸੀ। ਅੱਗੇ ਹੈ ਜੀ ਸਾਡਾ 5th ਕੁਐਸਚਨ ਕਿ ਹਾਊ 올ਡ ਵਾਸ ਹੈਲਨ ਵੈਨ ਮਿਸ ਐਨ ਮੈਂਸਫੀਲਡ ਕੇਮ ਟੂ ਟੀਚ ਹਰ? ਹੁਣ ਇੱਥੇ ਹਾਊ 올ਡ ਪੁੱਛਿਆ ਗਿਆ ਹੈ ਕਿ ਜਦੋਂ ਮਿਸ ਐਨ ਮੈਂਸਫੀਲਡ ਸੁਲੇਵਾਨ ਘਰ ਆਏ ਸੀਗੇ, ਕਦੋਂ ਆਏ ਸੀ? ਆ ਉੱਪਰ 3 ਮਾਰਚ 1887 ਨੂੰ ਜਦੋਂ ਘਰ ਆਈ ਸੀ, ਉਸ ਸਮੇਂ ਹੈਲਨ ਦੀ ਉਮਰ ਕੀ ਸੀ? ਤਾਂ ਕਿਸ ਉਮਰ ਦੇ ਵਿੱਚ ਹੈਲਨ ਨੇ ਮਿਸ ਐਨ ਮੈਂਸਫੀਲਡ ਸੁਲੇਵਾਨ ਤੋਂ ਪੜ੍ਹਨਾ ਸਟਾਰਟ ਕੀਤਾ ਸੀ? ਤਾਂ ਉਸ ਸਮੇਂ ਜੀ ਉਹ 6 ਸਾਲ ਅਤੇ 9 ਮਹੀਨੇ ਦੀ ਸੀ। 6 years and 9 months। ਤਾਂ 9 months, 6 years ਤੇ 9 months ਉਹਨਾਂ ਦੀ ਏਜ ਸੀਗੀ ਜੀ ਉਸ ਸਮੇਂ। ਤਾਂ ਇਹ ਤੁਸੀਂ ਲਿਖਣਾ ਹੈ 6 ਸਾਲ 9 ਮਹੀਨੇ। ਕੋਈ ਔਖਾ ਨਹੀਂ ਹੈ ਯਾਦ ਕਰਨਾ, ਤਾਂ ਤੁਸੀਂ ਕਰ ਸਕਦੇ ਹੋ। 6ਵਾਂ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਡੈਸ਼ ਵਾਸ ਦਾ ਫਰਸਟ ਵਰਡ ਦੈਟ ਹੈਲਨ ਲਰਨਡ। ਕਿ ਪਹਿਲਾ ਵਰਡ ਹੈਲਨ ਨੇ ਆਪਣੀ ਲਾਈਫ 'ਚ ਮਿਸ ਐਨ ਮੈਂਸਫੀਲਡ ਸੁਲੇਵਾਨ ਤੋਂ ਕਿਹੜਾ ਸਿੱਖਿਆ ਸੀ? ਤਾਂ ਉਹ ਸੀਗਾ ਜੀ DOLL, ਡॉल। ਡॉल ਸ਼ਬਦ ਸਿੱਖਿਆ ਸੀਗਾ ਜੀ। ਤੇ ਤੁਹਾਨੂੰ ਪਤਾ ਹੈ ਕਿ ਮਿਸ ਐਨ ਮੈਂਸਫੀਲਡ ਸੁਲੇਵਾਨ ਪਰਕਿੰਸ ਇੰਸਟੀਟਿਊਸ਼ਨ ਦੇ ਬਲਾਈਂਡ ਬੱਚਿਆਂ ਦੁਆਰਾ ਲਿਆਂਦੀ ਗਈ ਇੱਕ ਡॉल ਉਹ ਗਿਫਟ ਦੇ ਤੌਰ ਤੇ ਲੈ ਕੇ ਆਈ ਸੀ। ਤੇ ਉਹਨਾਂ ਨੇ ਉਹ ਗਿਫਟ ਕਿਹਦੇ ਲਈ ਭੇਜਿਆ ਸੀ? ਹੈਲਨ ਕੈਲਰ ਲਈ ਭੇਜਿਆ ਸੀ। ਤਾਂ ਇੱਕ ਹੱਥ 'ਚ ਉਹਨਾਂ ਨੇ ਡॉल ਪਕੜਾਈ, ਦੂਸਰੇ ਹੱਥ ਤੇ ਫਿਰ ਜਿਵੇਂ ਸਾਈਨ ਲੈਂਗੁਏਜ ਹੁੰਦੀ ਹੈ ਉਸ ਹਿਸਾਬ ਨਾਲ DOLL ਪਾਇਆ। ਤਾਂ ਬੇਟਾ ਮੈਂ ਤੁਹਾਨੂੰ ਜਦੋਂ ਐਕਸਪਲੇਨੇਸ਼ਨ ਵਾਲਾ ਚੈਪਟਰ ਕਰਵਾਇਆ ਸੀਗਾ ਵੀਡੀਓ ਦੇ ਵਿੱਚ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਨਾ ਵੀਡੀਓਜ਼ ਵੀ ਦਿਖਾਈਆਂ ਸੀਗੀਆਂ। ਤਾਂ ਉਸ ਵੀਡੀਓਜ਼ ਦੇ ਵਿੱਚ ਇਹ ਸਾਰਾ ਜਿਹੜੀ ਇਨਸੀਡੈਂਟ ਹੈ ਉਹ ਤੁਸੀਂ ਦੇਖਿਆ ਸੀ, ਸਮਝਿਆ ਵੀ ਸੀ। ਤਾਂ ਇਹ ਪਹਿਲਾ ਵਰਡ ਸੀਗਾ ਜੋ ਸਿੱਖਿਆ ਸੀ। ਉਸ ਤੋਂ ਬਾਅਦ ਤਾਂ ਹੈਲਨ ਕੈਲਰ ਨੇ ਬਹੁਤ ਸਾਰੇ ਵਰਡ ਸਿੱਖੇ। 7th ਹੈ ਜੀ ਕਿ ਡੈਸ਼ ਐਟ ਦਾ ਪਰਕਿੰਸ ਇੰਸਟੀਟਿਊਸ਼ਨ ਸੈਂਟਰ ਡॉल ਫॉर ਹੈਲਨ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮਿਸ ਐਨ ਮੈਂਸਫੀਲਡ ਸੁਲੇਵਾਨ ਪਰਕਿੰਸ ਇੰਸਟੀਟਿਊਸ਼ਨ ਦੇ ਵਿੱਚ ਟੀਚਰ ਸੀਗੇ। ਤਾਂ ਉੱਥੋਂ ਇਹ ਆਏ ਸੀ ਪੜ੍ਹਾਉਣ। ਜਦੋਂ ਉੱਥੋਂ ਇਹ ਆਏ ਤਾਂ ਉਸ ਸਮੇਂ ਬੱਚਿਆਂ ਨੇ ਫਿਰ
ਜਿਹੜੇ ਇਹਨਾਂ ਕੋਲ ਪਹਿਲਾਂ ਤੋਂ ਪੜ੍ਹ ਰਹੇ ਸੀ ਉਹਨਾਂ ਬੱਚਿਆਂ ਨੇ, ਜਿਵੇਂ ਤੁਹਾਨੂੰ ਪਤਾ ਬੱਚੇ ਜਦੋਂ ਕੋਈ ਮੰਨ ਲਓ ਕੋਈ ਤੁਹਾਡੇ ਸਕੂਲ ਚੋਂ ਵੀ ਕੋਈ ਟੀਚਰ ਪ੍ਰਮੋਟ ਹੋ ਕੇ ਜਾਂਦਾ ਹੈ ਜਾਂ ਰਿਟਾਇਰ ਹੋ ਕੇ ਜਾਂਦਾ ਹੈ ਤਾਂ ਕਈ ਵਾਰੀ ਬੱਚੇ ਯਾਦਗਾਰ ਦੇ ਤੌਰ ਤੇ ਕੋਈ ਗਿਫਟ ਦੇ ਦਿੰਦੇ ਆ। ਤਾਂ ਇਸੇ ਤਰ੍ਹਾਂ ਉਹਨਾਂ ਬੱਚਿਆਂ ਨੇ ਵੀ ਆਪਣੀ ਟੀਚਰ ਨੂੰ ਮਿਸ ਐਨ ਮੈਨਸਫੀਲਡ ਸੁਲੇਵਾਨ ਨੂੰ ਇੱਕ ਡਾਲ ਦਿੱਤੀ ਸੀਗੀ। ਉਹ ਡਾਲ ਲੈ ਕੇ ਆਏ ਸੀਗੇ ਹੈਲਨ ਦੇ ਲਈ। ਤਾਂ ਇਹੀ ਪੁੱਛਿਆ ਗਿਆ ਕਿ ਉਹ ਡਾਲ ਕਿਹਨੇ ਦਿੱਤੀ ਸੀ। ਤਾਂ ਉਹ ਡਾਲ ਦਿੱਤੀ ਸੀ ਜਿਹੜਾ ਲਿਟਲ ਬਲਾਈਂਡ ਚਿਲਡਰਨ, ਛੋਟੇ ਛੋਟੇ ਅੰਨੇ ਬੱਚੇ ਜਿਹੜੇ ਕਿ ਪਰਕਿੰਸ ਇੰਸਟੀਚਿਊਸ਼ਨ ਦੇ ਵਿੱਚ ਪੜ੍ਹਦੇ ਸੀਗੇ, ਉਹਨਾਂ ਨੇ ਇਹ ਡਾਲ ਹੈਲਨ ਕੈਲਰ ਨੂੰ ਭੇਜੀ ਸੀ। ਕਿਹਦੇ ਥਰੂ ਭੇਜੀ ਸੀ ਜੀ? ਆਪਣੀ ਟੀਚਰ ਐਨ ਮੈਨਸਫੀਲਡ ਸੁਲੇਵਾਨ ਦੇ ਥਰੂ। 8ਵਾਂ ਕੁਐਸਚਨ ਹੈ ਜੀ ਕਿ ਡੈਸ਼ ਹੈਡ ਡਰੈਸ ਦਾ ਡਾਲ ਸੈਂਟ ਬਾय ਬਲਾਈਂਡ ਚਿਲਡਰਨ। ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਡਾਲ ਤਾਂ ਦੇਖੋ ਬੱਚਿਆਂ ਨੇ ਭੇਜੀ ਸੀਗੀ, ਬਲਾਈਂਡ ਚਿਲਡਰਨ ਸੀ ਜਿਹੜੇ ਪਰਕਿੰਸ ਇੰਸਟੀਚਿਊਸ਼ਨ ਚ ਪੜ੍ਹਦੇ ਸੀਗੇ, ਲੇਕਿਨ ਉਸ ਡਾਲ ਨੂੰ ਡਰੈਸ ਅਪ ਕਿਹਨੇ ਕੀਤਾ ਸੀ? ਉਸ ਡਾਲ ਦੇ ਉੱਪਰ ਕੱਪੜੇ ਕਿਨੇ ਮਤਲਬ ਕਿ ਵਧੀਆ ਜੇ ਚੜਾਏ ਸੀਗੇ ਪਾ ਕੇ, ਜਿਵੇਂ ਆਪਾਂ ਹੁੰਦਾ ਹੈ ਨਾ ਲੜਕੀਆਂ ਨੂੰ ਸ਼ੌਂਕ ਹੁੰਦਾ ਹੈ ਕਿ ਆਪਣੀ ਗੁੱਡੀ ਦੇ ਉੱਪਰ ਕੱਪੜੇ ਚੜਾਉਂਦੇ ਆ ਬੜੇ ਵਧੀਆ ਤਰੀਕੇ ਨਾਲ ਸੀ ਕੇ, ਤਾਂ ਉਹ ਕਿਸ ਨੇ ਕਰਿਆ ਸੀ ਕੰਮ? ਤਾਂ ਮਿਸ ਐਨ ਮੈਨਸਫੀਲਡ ਸੁਲੇਵਾਨ ਦੀ ਬਹੁਤ ਅੱਛੀ ਫਰੈਂਡ ਵੀ ਸੀ, ਟੀਚਰ ਵੀ ਸੀ, ਤਾਂ ਉਹ ਸੀਗੇ ਜੀ ਲੌਰਾ ਬ੍ਰਿਡਮੈਨ। ਤਾਂ ਇਹ ਸੀਗੇ ਜਿਹੜੇ ਇਹਨਾਂ ਨੇ ਭੇਜਿਆ ਸੀਗਾ ਜੀ, ਕੱਪੜੇ ਡਰੈਸ ਅਪ ਕਰਿਆ ਸੀ ਉਸ ਡਾਲ ਨੂੰ। ਤਾਂ ਇਹ ਤੁਸੀਂ ਨਾਮ ਯਾਦ ਕਰ ਲੈਣਾ, ਲਿਖ ਲੈਣਾ, ਆ ਜਾਂਦਾ ਪੇਪਰ 'ਚ। ਹੈਲਨ ਲਰਨਡ ਡੈਸ਼ ਵਰਡਸ ਐਂਡ ਮੇਡ ਦਾ ਲੈਟਰਸ ਕਰੈਕਟਲੀ। ਕਿ ਹੈਲਨ ਨੇ ਕਿਹੜੇ ਇਹ ਵਰਡ ਸਿੱਖੇ? ਦੇਖੋ ਇੱਥੇ ਧਿਆਨ ਨਾਲ ਦੇਖੋ, ਇੱਥੋਂ ਨਾ ਕੁਐਸਚਨ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਵਰਡਸ ਪਾਇਆ ਹੋਇਆ, ਇੱਥੇ ਵਰਡ ਨਹੀਂ ਨਾ ਪਾਇਆ ਹੋਇਆ। ਤਾਂ ਇਹਦਾ ਮਤਲਬ ਇੱਕ ਵਰਡ ਨਹੀਂ, ਇਹਦਾ ਆਨਸਰ ਕਈ ਵਰਡਸ ਹੋ ਸਕਦਾ ਹੈ, ਪਲੂਰਲ ਹੈ ਨਾ ਵਰਡ ਦਾ, ਵਰਡਸ ਪਾਇਆ ਹੋਇਆ। ਤਾਂ ਇੱਥੋਂ ਸਾਨੂੰ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਇੱਕ ਤੋਂ ਜ਼ਿਆਦਾ ਵਰਡ ਸਿੱਖੇ ਸੀਗੇ। ਤਾਂ ਉਹ ਕਿਹੜੇ ਕਿਹੜੇ ਵਰਡ ਸੀਗੇ ਜਿਹੜੇ ਮਤਲਬ ਡਾਲ ਤੋਂ ਬਾਅਦ ਸਿੱਖੇ ਸੀਗੇ ਉਸਨੇ ਆਪਣੀ ਟੀਚਰ ਤੋਂ? ਤਾਂ ਬੱਚੇ ਉਸਨੇ ਪਿਨ ਵੀ ਸਿੱਖਿਆ ਸੀ, ਫਾਦਰ ਵੀ ਸਿੱਖਿਆ ਸੀ, ਸਟੈਂਡ ਵੀ ਸਿੱਖਿਆ ਸੀ। ਹੁਣ ਜਿਹੜਾ ਪਿਨ ਤੇ ਫਾਦਰ ਹੈ ਨਾਊਨ ਹੈ, ਸਟੈਂਡ ਵਰਬਸ ਹੈ, ਤਾਂ ਉਹਨੇ ਨਾਊਨ ਤੇ ਵਰਬਸ ਦੋਵੇਂ ਸਿੱਖਿਆ ਸੀ, ਇਹ ਆਪਾਂ ਚੈਪਟਰ 'ਚ ਪੜ੍ਹਿਆ ਹੈ। ਇਸ ਕਰਕੇ ਅਸੀਂ ਆਨਸਰ ਲਿਖਾਂਗੇ ਆਲ ਆਫ ਦਾ ਅਬਵ, ਕਿ ਸਾਰੇ ਹੀ ਇਹ ਵਾਲੇ ਤਿੰਨੇ ਵਰਡ ਸਿੱਖੇ ਸੀ, ਪਿਨ, ਫਾਦਰ, ਸਟੈਂਡ। ਇਸ ਤੋਂ ਇਲਾਵਾ ਵੀ ਕਈ ਵਰਡ ਸਿੱਖੇ ਸੀ ਉਸਨੇ। ਹੈਲਨ ਹੈਡ ਅ ਟਸਲ ਓਵਰ ਦਾ ਵਰਡਸ। ਤਾਂ ਹੁਣ ਤੁਹਾਨੂੰ ਪਤਾ ਬੱਚਿਓ ਕਿ ਇੱਕ ਇਨਸੀਡੈਂਟ ਹੋਇਆ ਸੀ ਕਿ ਹੈਲਨ ਨੂੰ ਇੱਕ ਮਤਲਬ ਲੜਾਈ ਜੀ ਹੋ ਗਈ ਸੀ ਇੱਕ ਤਰੀਕੇ ਨਾਲ ਟੀਚਰ ਦੇ ਨਾਲ। ਉਹ ਦੋ ਵਰਡ ਸਿੱਖਣਾ ਸਿੱਖ ਰਹੀ ਸੀ, ਉਸਦੀ ਟੀਚਰ ਉਸਨੂੰ ਦੋ ਵਰਡ ਸਿਖਾ ਰਹੀ ਸੀ। ਉਸ ਵਰਡ ਦੇ ਕਰਕੇ ਨਾ ਹੈਲਨ ਥੋੜੀ ਕੰਫਿਊਜ਼ ਹੋ ਗਈ ਸੀ। ਮੈਂ ਤੁਹਾਨੂੰ ਸਾਰਾ ਇਨਸੀਡੈਂਟ ਬੱਚਿਓ ਕਲਾਸ 'ਚ ਸਮਝਾਇਆ ਸੀਗਾ, ਈਵਨ ਕਿ ਮੈਂ ਤੁਹਾਨੂੰ ਇਸ ਦੀ ਹਲਕੀ ਜੀ ਵੀਡੀਓ ਕਲਿੱਪ ਵੀ ਦਿਖਾਈ ਹੋਈ ਹੈ ਐਕਸਪਲੇਨੇਸ਼ਨ ਵਾਲੇ ਵੀਡੀਓ ਦੇ ਵਿੱਚ। ਤਾਂ ਉਹ ਕਿਹੜੇ ਸੀਗੇ ਵਰਡ ਜਿਹਦੇ ਕਰਕੇ ਹੈਲਨ ਦੀ ਆਪਣੀ ਟੀਚਰ ਨਾਲ ਟਸਲ ਹੋਈ ਸੀ? ਟਸਲ ਦਾ ਮਤਲਬ ਹੁੰਦਾ ਨਾ ਛੋਟੀ ਜੀ ਲੜਾਈ ਹੋਈ ਸੀ, ਤਾਂ ਉਹਨੂੰ ਆਪਾਂ ਕਿਹਾ ਗਿਆ। ਤਾਂ ਉਹ ਕਿਹੜੇ ਸੀ ਵਰਡ? ਤਾਂ ਉਹ ਸੀਗੇ ਜੀ ਮਗ ਐਂਡ ਵਾਟਰ। ਤਾਂ ਪਹਿਲਾਂ ਉਸਨੇ ਮਗ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਫਿਰ ਉਸਨੇ ਵਾਟਰ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਉਸ ਚੱਕਰ 'ਚ ਨਾ ਹੈਲਨ ਨੂੰ ਸਮਝ ਨਹੀਂ ਸੀ ਆਈ। ਤਾਂ ਤੁਸੀਂ ਯਾਦ ਰੱਖਣਾ ਹੈ ਮਗ ਐਂਡ ਵਾਟਰ। ਇੱਥੇ ਦੇਖੋ ਮਗ ਐਂਡ ਜਗ ਵੀ ਹੈ, ਇਹ ਗਲਤ ਹੈ, ਲੇਕਿਨ ਮਗ ਐਂਡ ਵਾਟਰ ਸਹੀ ਹੈ। 11ਵਾਂ ਹੈ ਜੀ, ਦੇਖੋ ਟਰੂ ਫਾਲਸ ਹੈ ਕਿ ਹੈਲਨ ਡੈਸ਼ ਦਾ ਨਿਊ ਬਾਲ ਔਨ ਦਾ ਫਲੋਰ। ਕਿ ਹੈਲਨ ਨੇ ਜਿਹੜੀ ਨਵੀਂ ਡਾਲ ਆਈ ਸੀ ਉਸ ਨੂੰ ਫਲੋਰ ਤੇ ਦੇ ਮਾਰਿਆ। ਡੈਸ਼ ਦਾ ਮਤਲਬ ਕਿ ਉਸਨੇ ਤੋੜ ਦਿੱਤੀ, ਉਸਨੇ ਫਲੋਰ ਤੇ ਮਾਰ ਕੇ, ਫਰਸ਼ ਤੇ ਮਾਰ ਕੇ। ਕੀ ਇਹ ਸਹੀ ਹੈ? ਬਿਲਕੁਲ ਸਹੀ ਹੈ ਜੀ, ਟਰੂ ਹੈ। ਬਿਲਕੁਲ ਐਂ ਹੋਇਆ ਸੀ ਜਦੋਂ ਬਾਰ-ਬਾਰ ਉਹ ਡਾਲ ਦੋ, ਉਸਨੇ ਇੱਕ ਵੱਡੀ ਡਾਲ ਤੇ ਇੱਕ ਛੋਟੀ ਡਾਲ ਦਿਖਾਉਣ ਦੀ ਕੋਸ਼ਿਸ਼ ਕੀਤੀ। ਇੱਕ ਪੁਰਾਣੀ ਡਾਲ ਸੀਗੀ ਹੈਲਨ ਦੀ ਤੇ ਫਿਰ ਇੱਕ ਨਵੀਂ ਡਾਲ ਸੀ ਜਿਹੜੀ ਟੀਚਰ ਲੈ ਕੇ ਆਈ ਸੀ। ਤਾਂ ਉਹ ਤੁਹਾਨੂੰ ਪਤਾ ਪੋਰਸਿਲੇਨ ਦੀ ਬਣੀ ਹੋਈ ਸੀ, ਤਾਂ ਉਹਨੇ ਭਗਾ ਕੇ ਮਾਰੀ, ਉਹ ਸਾਰੀ ਚੂਰ-ਚੂਰ ਹੋ ਗਈ ਸੀ। ਤਾਂ ਇਹ ਸਹੀ ਹੈ ਜੀ, ਬਿਲਕੁਲ ਤੋੜੀ ਸੀ ਹੈਲਨ ਕੈਲਰ ਨੇ, ਹਾਲਾਂਕਿ ਬਾਅਦ ਚ ਉਸਨੂੰ ਬੜਾ ਅਫਸੋਸ ਹੋਇਆ ਸੀ ਇਸ ਗੱਲ ਦਾ। ਫਿਰ ਹੈ ਜੀ ਕਿ ਹੈਲਨ ਐਂਡ ਹਰ ਟੀਚਰ ਵਾਕ ਡਾਊਨ ਦਾ ਪਾਥ ਟੂ ਦਾ ਵੈਲ ਹਾਊਸ। ਕਿ ਹੈਲਨ ਤੇ ਉਸਦੀ ਟੀਚਰ ਜਿਹੜਾ ਵੈਲ ਹਾਊਸ ਬਣਿਆ ਹੋਇਆ ਸੀ, ਜਿੱਥੇ ਕਿ ਨਲਕਾ ਲੱਗਿਆ ਹੋਇਆ ਸੀ, ਉੱਥੇ ਉਹ ਚੱਲ ਕੇ ਗਏ। ਤਾਂ ਬਿਲਕੁਲ ਚੱਲ ਕੇ ਗਏ। ਤਾਂ ਇਹ ਤਾਂ ਵੀਡੀਓ ਮੈਂ ਤੁਹਾਨੂੰ ਦਿਖਾਈ ਆ, ਉਸਦਾ ਹੱਥ ਫੜ ਕੇ ਲੈ ਕੇ ਗਈ ਸੀਗੀ ਉਹ। ਬਾਹਰ ਆਫਟਰਨੂਨ ਦਾ ਸਮਾਂ ਸੀ ਜਦੋਂ ਉਸਨੇ ਤੋੜਤੀ ਸੀਗੀ ਡਾਲ, ਤਾਂ ਉਸ ਤੋਂ ਬਾਅਦ ਉਹਨੂੰ ਹੱਥ ਫੜ ਕੇ ਬਾਹਰ ਲੈ ਕੇ ਗਈ ਸੀ ਵੈਲ ਹਾਊਸ ਤੇ। ਫਿਰ ਇੱਕ ਹੱਥ 'ਚ ਉਸਨੇ ਇੱਕ ਹੱਥ ਨਾਲ ਉਹ ਨਲਕਾ ਗੇੜਿਆ, ਦੂਜਾ ਹੱਥ ਉਸਦਾ ਪਾਣੀ ਦੇ ਨੀਚੇ ਰੱਖਿਆ। ਫਿਰ ਹੈਲਨ ਕੈਲਰ ਨੂੰ ਸਮਝ ਆਈ ਗੱਲ ਕਿ ਟੀਚਰ ਮੈਨੂੰ ਕੀ ਸਮਝਾਉਣਾ ਚਾਹੁੰਦੀ ਹੈ। ਇਸ ਕਰਕੇ ਇਹ ਸਹੀ ਹੈ ਜੀ, ਤਾਂ ਬਿਲਕੁਲ ਐਂ ਹੋਇਆ ਸੀ। ਟਰੂ ਫਾਲਸ ਦਾ ਬੇਟਾ ਹਮੇਸ਼ਾ ਤੁਸੀਂ ਧਿਆਨ ਰੱਖਣਾ ਹੈ, ਪਹਿਲਾਂ ਸਟੇਟਮੈਂਟ ਚੰਗੀ ਤਰ੍ਹਾਂ ਪੜ੍ਹੋ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਸਟੇਟਮੈਂਟ ਚੈੱਕ ਕਰੋ ਕਿ ਇਹ ਅਫਰਮੇਟਿਵ ਹੈ, ਹਾਂ ਵਾਚਕ ਹੈ, ਕਿ ਨੈਗੇਟਿਵ ਹੈ, ਨਾ ਵਾਚਕ ਹੈ, ਉਹਦੇ ਹਿਸਾਬ ਨਾਲ ਆਨਸਰ ਦਿਓ। 13th ਸਾਡਾ ਕੁਐਸਚਨ ਹੈ ਜੀ ਕਿ ਡੈਸ਼ ਵਾਸ ਦਾ ਵਰਡਲੈਸ ਕ੍ਰਾਈ ਆਫ ਹੈਲਨ ਸੋਲ। ਕਿ ਹੈਲਨ ਦੀ ਆਤਮਾ ਕੀ ਚੀਖ ਪੁਕਾਰ ਕਰ ਰਹੀ ਸੀ? ਇਹਦਾ ਆਪਣਾ ਸ਼ਾਰਟ ਆਨਸਰ ਟਾਈਪ ਕੁਐਸਚਨ ਵੀ ਹੈ। ਤਾਂ ਗਿਵ
ਮੀ ਲਾਈਟ ਲਾਈਟ ਗਿਵ ਮੀ ਲਾਈਟ, ਇਹ ਆਨਸਰ ਸੀਗਾ ਜੀ। ਇਹ ਆਵਾਜ਼ ਆ ਰਹੀ ਸੀ ਉਹਦੇ ਅੰਦਰ। ਹੁਣ ਇੱਥੇ ਲਾਈਟ ਦਾ ਮਤਲਬ ਰੋਸ਼ਨੀ, ਅੱਖਾਂ ਵਾਲੀ ਰੋਸ਼ਨੀ ਨਹੀਂ ਹੈ। ਇੱਥੇ ਲਾਈਟ ਦਾ ਮਤਲਬ ਐਜੂਕੇਸ਼ਨ ਤੋਂ ਹੈ, ਉਹ ਐਜੂਕੇਸ਼ਨ ਲੈਣਾ ਚਾਹੁੰਦੀ ਸੀਗੀ। ਤਾਂ ਗਿਵ ਮੀ ਲਾਈਟ ਇਹ ਵਾਲੇ ਵਰਡ ਸੀਗੇ ਜੀ, ਤੁਸੀਂ ਐਂ ਲਿਖ ਕੇ ਆਣਾ ਹੈ। ਇਸ ਨੂੰ ਦੇਖੋ ਇੱਥੇ ਕੋਟਸ ਚ ਪਾਏ ਹੋਏ ਆ ਇਹ, ਬਿਕੋਜ਼ ਇਹ ਐਗਜ਼ੈਕਟਲੀ ਵਰਡ ਤੁਹਾਡੇ ਚੈਪਟਰ ਚ ਆਏ ਹੋਏ। ਹਾਊ ਡਿਡ ਐਨ ਸੁਲੇਵਾਨ ਟੀਚ ਹੈਲਨ ਟੂ ਕਮਿਊਨੀਕੇਟ ਵਿਦ ਅਦਰਸ। ਹਾਊ ਦਾ ਮਤਲਬ ਕਿਵੇਂ, ਕਿਵੇਂ ਐਨ ਸੁਲੇਵਾਨ ਨੇ ਹੈਲਨ ਨੂੰ ਦੂਜਿਆਂ ਦੇ ਨਾਲ ਗੱਲ ਕਰਨਾ ਸਿਖਾਇਆ। ਹੁਣ ਦੇਖੋ ਕਮਿਊਨੀਕੇਟ ਕਰਨਾ ਸਿਖਾਇਆ, ਦੇਖੋ ਬੋਲ ਤਾਂ ਸਕਦੀ ਨਹੀਂ ਸੀ, ਬਲਾਈਂਡ ਵੀ ਸੀ, ਡੈਫ ਵੀ ਸੀ, ਡਮ ਵੀ ਸੀ, ਤਾਂ ਕਿਵੇਂ ਫੇਰ? ਤਾਂ ਫਿਰ ਉਸਨੇ ਕਿਵੇਂ ਸਿਖਾਇਆ ਸੀ? ਬਾय ਸਪੈਲਿੰਗ ਵਰਡਸ ਔਨ ਦਾ ਹੈਂਡ। ਉਹ ਹੈਂਡ ਦੇ ਉੱਪਰ ਵਰਡਸ ਨੂੰ ਸਪੈਲ ਕਰਦੀ ਸੀਗੀ ਹੈਲਨ ਕੈਲਰ। ਤਾਂ ਇਸ ਤਰੀਕੇ ਦੇ ਨਾਲ ਕਮਿਊਨੀਕੇਸ਼ਨ ਹੁੰਦੀ ਸੀ। ਹੁਣ ਤੁਸੀਂ ਤਾਂ ਬੇਟਾ ਗੱਲਬਾਤ ਕਰਕੇ ਕਮਿਊਨੀਕੇਸ਼ਨ ਕਰ ਲੈਂਦੇ ਹੋ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਲੈਂਦੇ ਹੋ, ਤੇ ਕਈ ਪੈਨ ਫਰੈਂਡਸ ਵੀ ਬਣੇ ਹੁੰਦੇ ਨੇ, ਉਹ ਲੈਟਰਸ ਵਗੈਰਾ ਇੱਕ ਦੂਜੇ ਨੂੰ ਲਿਖਦੇ ਨੇ। ਤਾਂ ਲੇਕਿਨ ਹੈਲਨ ਕੈਲਰ ਨੂੰ ਤਾਂ ਨਾ ਤਾਂ ਬੋਲਣਾ ਆਉਂਦਾ ਸੀਗਾ ਪ੍ਰੋਪਰ, ਤੇ ਨਾ ਹੀ ਉਸ ਸਮੇਂ ਉਹ ਇੰਨੀ ਪੜ੍ਹੀ ਲਿਖੀ ਸੀ ਕਿ ਉਹ ਲੈਟਰ ਲਿਖ ਸਕਦੀ ਸੀਗੀ। ਤਾਂ ਉਹ ਪੜ੍ਹਨਾ ਸਟਾਰਟ ਕਰਿਆ ਸੀ ਉਸਨੇ। ਤਾਂ ਫਿਰ ਉਹ ਕੀ ਕਰਦੀ ਸੀਗੀ, ਉਹ ਵਰਡਸ ਨੂੰ ਸਪੈਲ ਕਰਦੀ ਸੀਗੀ ਹੈਂਡਸ ਤੇ, ਜਿਹਦੇ ਨਾਲ ਉਹਨੇ ਗੱਲ ਕਰਨੀ ਹੁੰਦੀ ਸੀ ਨਾ, ਉਹਦੇ ਹੈਂਡਸ ਦੇ ਉੱਪਰ ਵਰਡਸ ਲਿਖਦੀ ਸੀਗੀ ਉਹ। ਫਿਰ ਉਹ ਜਿਹੜਾ ਜਿਹਦੇ ਨਾਲ ਉਹ ਇਸ ਤਰ੍ਹਾਂ ਕਰਦੀ ਸੀ, ਉਹਨੂੰ ਪਤਾ ਲੱਗਦਾ ਸੀ ਵੀ ਇਹ ਮੇਰੇ ਨਾਲ ਇਹ ਗੱਲ ਕਰਨਾ ਚਾਹੁੰਦੀ ਹੈ। 15ਵਾਂ ਹੈ ਹੈਲਨ ਕੈਲਰ ਬਿਕੇਮ ਬਲਾਈਂਡ ਐਂਡ ਡੈਫ ਐਟ ਦਾ ਏਜ ਆਫ। ਬਲਾਈਂਡ ਵੀ ਹੋ ਗਈ ਸੀ ਜੀ, ਡੈਫ ਵੀ ਹੋ ਗਈ ਸੀ। ਡੈਫ ਦਾ ਮਤਲਬ ਹੁੰਦਾ ਬੋਲੀ, ਤੇ ਬਲਾਈਂਡ ਦਾ ਮਤਲਬ ਅੰਨੀ। ਤਾਂ ਅੰਨੀ ਬੋਲੀ ਹੋ ਗਈ ਸੀ ਕਦੋਂ? ਕਿਸੇ ਚ ਜਦੋਂ ਉਹ ਸਿਰਫ 19 ਮਹੀਨਿਆਂ ਦੀ ਸੀ। ਇਹ ਕਰੋਪੀ ਹੋਈ ਸੀ। ਤੁਹਾਨੂੰ ਮੈਂ ਦੱਸਿਆ ਸੀ ਬੇਟਾ ਕਿ ਜਦੋਂ ਪੈਦਾ ਹੋਈ ਸੀ ਹੈਲਨ ਕੈਲਰ, ਉਸ ਸਮੇਂ ਬਿਲਕੁਲ ਨਾਰਮਲ ਚਾਈਲਡ ਸੀਗੀ ਇਹ। ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸੀ, ਜਿਵੇਂ ਆਮ ਇੱਕ ਬੱਚਾ ਪੈਦਾ ਹੁੰਦਾ ਬਿਲਕੁਲ ਉਦਾਂ ਦੀ ਸੀ, ਬੜੀ ਪ੍ਰੇਟੀ ਸੀਗੀ ਉਹ। ਲੇਕਿਨ ਬਾਅਦ ਦੇ ਵਿੱਚ ਇਸ ਦੇ ਨਾਲ ਇਹੋ ਜਿਹੀ ਕਰੋਪੀ ਹੋਈ ਕਿ ਇਸ ਦੀ ਅੱਖਾਂ ਦੀ ਰੋਸ਼ਨੀ ਵੀ ਜਾਂਦੀ ਰਹੀ, ਤੇ ਸੁਣਨ ਦੀ ਸ਼ਕਤੀ ਵੀ ਇਸ ਦੀ ਜਾਂਦੀ ਰਹੀ। ਤੇ ਜਦੋਂ ਸੁਣਨ ਦੀ ਸ਼ਕਤੀ ਚਲੀ ਗਈ ਬੇਟਾ, ਫਿਰ ਉਸ ਹਿਸਾਬ ਨਾਲ ਬੰਦਾ ਬੋਲ ਵੀ ਨਹੀਂ ਪਾਉਂਦਾ। 16ਵਾਂ ਹੈ ਕਿ ਡੈਸ਼ ਇਜ਼ ਅ ਫਾਰਮ ਆਫ ਲਿਪ ਰੀਡਿੰਗ। ਲਿਪ ਰੀਡਿੰਗ ਦਾ ਮਤਲਬ ਹੁੰਦਾ ਲਿਪ ਨੂੰ ਰੀਡ ਕਰਨਾ, ਬੁੱਲਾਂ ਨੂੰ ਰੀਡ ਕਰਨਾ। ਤੇ ਕਿਸ ਦੀ ਇਹ ਫਾਰਮ ਹੈ? ਤਾਂ ਬੱਚਿਓ ਇਸ ਦੇ ਬਾਰੇ ਮੈਂ ਤੁਹਾਨੂੰ ਨਾ ਆਪਣੀ ਵੀਡੀਓ ਦੇ ਵਿੱਚ ਦੱਸਿਆ ਸੀਗਾ, ਈਵਨ ਕਿ ਮੈਂ ਤੁਹਾਨੂੰ ਪਿਕਸ ਵੀ ਦਿਖਾਈਆਂ ਸੀਗੀਆਂ ਹੈਲਨ ਕੈਲਰ ਦੀਆਂ, ਕਿ ਉਹ ਲਿਪ ਰੀਡਿੰਗ ਕਿਵੇਂ ਕਰਦੀ ਹੁੰਦੀ ਸੀਗੀ। ਤਾਂ ਉਹ ਜਿਹੜੀ ਲੈਂਗੁਏਜ ਸੀ ਉਹ ਸੀਗੀ ਜੀ ਟਡੋਮਾ। ਇਸ ਨੂੰ ਟਡੋਮਾ ਲੈਂਗੁਏਜ ਕਹਿੰਦੇ ਆ, ਟਡੋਮਾ ਲੈਂਗੁਏਜ। ਟਡੋਮਾ ਲੈਂਗੁਏਜ ਕੀ ਹੁੰਦੀ ਹੈ ਬੇਟਾ? ਟਡੋਮਾ ਇੱਕ ਤਰ੍ਹਾਂ ਦੀ ਸਿਖਲਾਈ ਹੈ, ਜਿਸ ਦੇ ਵਿੱਚ ਇਹ ਐਜੂਕੇਸ਼ਨ ਦਿੱਤੀ ਜਾਂਦੀ ਹੈ ਕਿ ਕੋਈ ਬੰਦਾ ਨਾ ਬੋਲਦਾ ਹੈ, ਤਾਂ ਹੁਣ ਦੇਖੋ ਤੁਸੀਂ ਵੀ ਬੋਲਦੇ ਹੋ, ਹਰ ਬੰਦੇ ਆਪਣੇ ਹਿਸਾਬ ਨਾਲ ਜਦੋਂ ਬੋਲਦੇ ਆ ਤਾਂ ਉਹ ਆਪਣੇ ਲਿਪਸ ਨੂੰ ਹਿਲਾਉਂਦੇ ਆ। ਜਿਵੇਂ ਆਪਾਂ ਸਪੋਜ਼ ਕਰੋ ਉਹ ਬੋਲਣਾ ਹੋਵੇ ਤਾਂ ਸਾਡੇ ਲਿਪਸ ਦਾ ਜਿਹੜਾ ਸ਼ੇਪ ਹੈ ਉਹ ਗੋਲ ਹੋ ਜਾਂਦੀ ਹੈ। ਤਾਂ ਇਸੇ ਤਰ੍ਹਾਂ ਅਲੱਗ-ਅਲੱਗ ਸ਼ਬਦਾਂ ਨੂੰ ਬੋਲਦੇ ਹੋਏ ਸਾਡੇ ਲਿਪਸ ਦੀ ਜਿਹੜੀ ਸ਼ੇਪ ਹੈ ਉਹ ਚੇਂਜ ਹੁੰਦੀ ਹੈ। ਤਾਂ ਜਿਹੜੀ ਇਹ ਟਡੋਮਾ ਸਿਖਲਾਈ ਹੈ ਨਾ, ਜੋ ਟ੍ਰੇਨਿੰਗ ਹੈ, ਇਹ ਟਡੋਮਾ ਟ੍ਰੇਨਿੰਗ 'ਚ ਇਹ ਸਿਖਾਇਆ ਜਾਂਦਾ ਹੈ ਕਿ ਕਿਸ ਸ਼ੇਪ ਦੇ ਲਈ ਲਿਪ, ਕਿਸ ਵਰਡ ਦੇ ਲਈ ਕਿਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ। ਤਾਂ ਉਹ ਕੀ ਕਰਦਾ ਹੈ, ਇਨਸਾਨ ਕੀ ਕਰਦਾ ਹੈ, ਆਪਣੇ ਹੱਥ ਨਾਲ ਉਹ ਫੀਲ ਕਰਦਾ ਹੈ ਦੂਜੇ ਦੇ ਲਿਪਸ ਨੂੰ, ਫਿਰ ਉਸ ਨੂੰ ਪਤਾ ਲੱਗ ਜਾਂਦਾ ਕਿ ਉਹ ਕੀ ਬੋਲਣਾ ਚਾਹੁੰਦਾ। ਬਹੁਤ ਔਖੀ ਲੈਂਗੁਏਜ ਹੈ ਬੇਟਾ ਇਹ, ਆਮ ਬੰਦਾ ਨਹੀਂ ਸਿੱਖ ਸਕਦਾ ਹੈ। ਮੈਨੂੰ ਲੱਗਦਾ ਹੈਲਨ ਕੈਲਰ ਵਰਗੇ ਜਿਹੜੇ ਜੀਨੀਅਸ ਹੁੰਦੇ ਨੇ ਉਹੀ ਸਿੱਖ ਪਾਉਂਦੇ ਨੇ। ਤੇ ਪਰ ਮੈਂ ਇਹਦੇ ਬਾਰੇ ਤੁਹਾਨੂੰ ਵੀਡੀਓ 'ਚ ਵੀ ਦੱਸਿਆ ਹੋਇਆ। ਟਡੋਮਾ ਯਾਦ ਰੱਖਣਾ ਹੈ ਜੀ। ਬ੍ਰੇਲ ਇਜ਼ ਅ ਲੈਂਗੁਏਜ ਦੈਟ ਹੈਲਪਸ ਦਾ ਬਲਾਈਂਡ ਟੂ ਰੀਡ। ਕਹਿੰਦੇ ਬ੍ਰੇਲ ਇੱਕ ਲੈਂਗੁਏਜ ਹੈ ਜਿਹੜੀ ਕਿ ਅੰਨੇ ਲੋਕਾਂ ਨੂੰ ਪੜ੍ਹਨ 'ਚ ਮਦਦ ਕਰਦੀ ਹੈ। ਬਿਲਕੁਲ ਸਹੀ ਹੈ ਜੀ, ਬ੍ਰੇਲ ਲਿਪੀ ਕਹਿੰਦੇ ਆ ਇਸ ਨੂੰ। ਤਾਂ ਹੁਣ ਨਾ ਤੁਸੀਂ ਕਨਫਿਊਜ਼ ਨਹੀਂ ਹੋਣਾ। ਕਈ ਵਾਰੀ ਬੱਚੇ ਕੀ ਕਰਦੇ ਆ, ਆ ਜਿਹੜਾ 16ਵੇਂ ਦਾ ਆਨਸਰ ਹੈ ਇੱਥੇ ਨਾ ਬ੍ਰੇਲ ਪਾ ਜਾਂਦੇ ਆ। ਦੇਖੋ ਬ੍ਰੇਲ ਇਜ਼ ਅ ਲੈਂਗੁਏਜ, ਇਹ ਇੱਕ ਤਰ੍ਹਾਂ ਦੀ ਲੈਂਗੁਏਜ ਹੈ, ਲੇਕਿਨ ਟਡੋਮਾ ਜਿਹੜੀ ਹੈ ਇੱਕ ਤਰ੍ਹਾਂ ਦੀ ਲਿਪ ਰੀਡਿੰਗ ਹੈ, ਸਿਖਲਾਈ ਹੈ, ਤਾਂ ਧਿਆਨ ਰੱਖਣਾ। 18ਵਾਂ ਹੈ ਕਿ ਵਿਚ ਵਰਡ ਰਿਵੀਲਸ ਦਾ ਮਿਸਟਰੀ ਆਫ ਲੈਂਗੁਏਜ ਟੂ ਹੈਲਨ। ਕਿਸ ਸ਼ਬਦ ਦੇ ਨਾਲ ਹੈਲਨ ਨੂੰ ਜਿਹੜੀ ਲੈਂਗੁਏਜ ਦੀ ਮਿਸਟਰੀ ਸੀਗੀ, ਭਾਸ਼ਾ ਦਾ ਭੇਦ ਸੀਗਾ, ਉਹ ਜ਼ਾਹਿਰ ਹੋਇਆ। ਵੀ ਕੋਈ ਭਾਸ਼ਾ ਵੀ ਹੁੰਦੀ ਹੈ, ਉਸਦੇ ਵਿੱਚ ਨਾਊਨਸ ਵੀ ਹੁੰਦੇ ਨੇ, ਵਰਡਸ ਵੀ ਹੁੰਦੇ ਨੇ, ਤਾਂ ਕਿਹੜਾ ਵਰਡ ਸੀ ਜਿਸਨੇ ਉਸ ਦਾ ਇਹ ਮਤਲਬ ਕਿ ਇਹ ਜਿਹੜੀ ਮਿਸਟਰੀ ਸੀਗੀ, ਇਹ ਭੇਦ ਸੀ, ਖੋਲਿਆ ਸੀ। ਤਾਂ ਬੱਚਿਓ ਇਹ ਤੁਹਾਨੂੰ ਪਤਾ ਹੈ, ਉਹ ਜਿਹੜਾ ਉਹੀ ਵੈਲ ਹਾਊਸ ਵਾਲਾ ਜਿਹੜਾ ਕਾਊਂਟ ਹੋਇਆ ਸੀਗਾ, ਜੋ ਇਨਸੀਡੈਂਟ ਹੋਇਆ ਸੀ, ਉਸ ਦੇ ਨਾਲ ਉਸ ਨੂੰ ਪਤਾ ਲੱਗਿਆ ਸੀ। ਤੇ ਉੱਥੇ ਉਹਨੇ ਕਿਹੜਾ ਵਰਡ ਸਿੱਖਿਆ ਸੀ? ਵਾਟਰ। ਉਹੀ ਮੱਗ ਐਂਡ ਵਾਟਰ ਦੇ ਚੱਕਰ 'ਚ ਫਿਰ ਉਸ ਨੂੰ ਪਤਾ ਲੱਗਿਆ ਸੀ ਕਿ ਇਸ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਦਾ ਕੋਈ ਨਾਮ ਹੈ। ਹੁਣ ਤੱਕ ਤਾਂ ਸਿਰਫ ਉਹ ਕਾਪੀ ਕਰ ਰਹੀ ਸੀ, ਜਿਵੇਂ ਕੋਈ ਮੰਕੀ ਕਰਦਾ ਨਾ, ਕਾਪੀ ਕੈਟ ਕਰਦਾ ਜਿਵੇਂ ਹੁੰਦੀ ਹੈ, ਜਿਵੇਂ ਮੰਕੀ ਕਰਦਾ ਹੈ, ਉਸ ਤਰ੍ਹਾਂ ਕਰ ਰਹੀ ਸੀਗੀ ਵੀ ਜਿਵੇਂ ਟੀਚਰ ਨੇ ਲਿਖਿਆ ਉਵੇਂ ਲਿਖਤਾ। ਲੇਕਿਨ ਉਸ ਦਿਨ ਉਹਨੂੰ ਇਹ ਪਤਾ ਲੱਗਿਆ ਕਿ ਨਹੀਂ, ਟੀਚਰ ਜੋ ਮੈਨੂੰ ਸਿਖਾ ਰਹੀ ਹੈ, ਇਹ
ਕਿਉਂ ਸਿਖਾ ਰਹੀ ਹੈ, ਉਸਨੂੰ ਪਤਾ ਲੱਗਿਆ ਕਿ ਦੁਨੀਆ 'ਚ ਹਰ ਇੱਕ ਕੋਈ ਚੀਜ਼ ਹੈ ਜਿਸ ਦਾ ਕੋਈ ਨਾਮ ਹੈ, ਜੋ ਟੀਚਰ ਮੈਨੂੰ ਸਿਖਾਉਣਾ ਚਾਹੁੰਦੀ ਹੈ। ਉਸਨੂੰ ਇਹ ਗੱਲ ਵਾਟਰ ਤੋਂ ਪਤਾ ਲੱਗੀ ਸੀ। ਤਾਂ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਆ ਜਾਂਦਾ ਹੈ ਕਿ ਕਿਹੜੇ ਸ਼ਬਦ ਨੇ ਹੈਲਨ ਨੂੰ ਲੈਂਗੁਏਜ ਦੀ ਮਿਸਟਰੀ ਜ਼ਾਹਿਰ ਕੀਤੀ। ਵੀ ਲੈਂਗੁਏਜ ਵੀ ਕੋਈ ਚੀਜ਼ ਹੁੰਦੀ ਹੈ, ਵਰਡਸ ਵੀ ਕੋਈ ਚੀਜ਼ ਹੁੰਦੇ ਨੇ, ਨਾउन ਵੀ ਕੁਝ ਹੁੰਦਾ ਹੈ। ਤਾਂ ਉਸ ਤੋਂ ਕਿਹੜਾ ਵਰਡ ਸੀਗਾ ਜੀ? ਵਾਟਰ। ਅਗਲਾ ਹੈ ਜੀ ਕਿ ਕੁਡ ਹੈਲਨ ਅੰਡਰਸਟੈਂਡ ਦਾ ਡਿਫਰੈਂਸ ਬਿਟਵੀਨ ਮਗ ਐਂਡ ਵਾਟਰ। ਤਾਂ ਇਹ ਬੜਾ ਟ੍ਰਿਕੀ ਕੁਐਸਚਨ ਹੈ ਕਿ ਕੀ ਹੈਲਨ ਨੂੰ ਮਗ ਤੇ ਵਾਟਰ ਦਾ ਡਿਫਰੈਂਸ ਸਮਝ ਆਇਆ। ਦੇਖੋ ਕੈਨ ਦੇ ਨਾਲ, ਕੁਡ ਦੇ ਨਾਲ ਸ਼ੁਰੂ ਹੋ ਰਿਹਾ ਨਾ ਕੁਐਸਚਨ, ਹੈਲਪਿੰਗ ਵਰਬ ਦੇ ਨਾਲ ਸ਼ੁਰੂ ਹੋ ਰਿਹਾ ਹੈ। ਤਾਂ ਹਮੇਸ਼ਾ ਜਦੋਂ ਵੀ ਹੈਲਪਿੰਗ ਵਰਬ ਕੈਨ, ਕੁਡ, ਮੇ, ਮਾਈਟ, ਵਿਲ, ਵੁੱਡ, ਮੈਂ ਤੁਹਾਨੂੰ ਕਿੰਨੀ ਵਾਰੀ ਦੱਸਿਆ ਕਲਾਸ, ਜਦੋਂ ਵੀ ਇਸ ਤਰ੍ਹਾਂ ਕੋਈ ਕੁਐਸਚਨ ਸਟਾਰਟ ਹੁੰਦਾ ਹੈ ਤਾਂ ਉਸ ਦਾ ਆਨਸਰ ਸਾਨੇ ਦੇਣਾ ਹੁੰਦਾ ਹੈ ਯੈਸ ਔਰ ਨੋ ਚ। ਤਾਂ ਬੇਟਾ ਇਹ ਜਿਹੜਾ ਕੁਐਸਚਨ ਹੈ ਨਾ, ਜੇਕਰ ਸ਼ੁਰੂਆਤ ਦੇ ਵਿੱਚ ਤਾਂ ਦੇਖੋ ਉਸ ਨੂੰ ਸਮਝ ਨਹੀਂ ਸੀ ਆਇਆ ਕਿ ਮਗ ਐਂਡ ਵਾਟਰ ਦਾ ਮਤਲਬ ਕੀ ਹੈ ਨਾ, ਉਹ ਤਾਂ ਲੜੀ ਪਈ ਸੀ ਆਪਣੇ ਟੀਚਰ ਨਾਲ ਤੇ ਉਸ ਚੱਕਰ 'ਚ ਉਹਨੇ ਗੁੱਡੀ ਵੀ ਤੋੜਤੀ ਸੀ। ਤਾਂ ਉਸ ਹਿਸਾਬ ਨਾਲ ਤਾਂ ਨੋ ਠੀਕ ਹੈ ਕਿ ਨੋ ਹੀ ਆਣਾ ਚਾਹੀਦਾ ਆਨਸਰ। ਜੇ ਕੁਐਸਚਨ ਪੇਪਰ 'ਚ ਆ ਗਿਆ ਤਾਂ ਤੁਸੀਂ ਆਨਸਰ ਨੋ ਹੀ ਲਿਖਿਓ। ਪਰ ਇੱਥੇ ਜੇ ਬੱਚੇ ਯੈਸ ਵੀ ਲਿਖਿਆ ਹਨ ਤਾਂ ਮੈਨੂੰ ਤਾਂ ਐ ਲੱਗਦਾ ਹੈ ਕਿ ਬਾਅਦ 'ਚ ਤਾਂ ਪਤਾ ਲੱਗ ਗਿਆ ਸੀ ਨਾ ਹੈਲਨ ਕੈਲਰ ਨੂੰ ਕਿ ਮਗ ਕੀ ਹੈ, ਵਾਟਰ ਕੀ। ਆਫਟਰ ਦਾ ਇੰਸੀਡੈਂਟ ਆਫ ਵੈਲ ਹਾਊਸ, ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਮਗ ਕੀ ਚੀਜ਼ ਹੈ, ਵਾਟਰ ਕੀ ਚੀਜ਼ ਹੈ। ਤਾਂ ਫਿਰ ਯੈਸ ਵਾਲੇ ਵੀ ਗਲਤ ਨਹੀਂ ਹੈਗੇ। ਐਦਾਂ ਦੇ ਕੁਐਸਚਨ ਨਾ ਵੈਸੇ ਪੇਪਰ 'ਚ ਪਾਣੇ ਨਹੀਂ ਚਾਹੀਦੇ, ਜਿਹੜੇ ਟ੍ਰਿਕੀ ਜਿਹੇ ਕੁਐਸਚਨ ਹੋਣ। ਇੱਥੇ ਬੰਦਾ ਕੰਫਿਊਜ਼ ਹੋ ਜਾਂਦਾ ਕਿ ਮੈਂ ਇੱਥੇ ਯੈਸ ਦਵਾਂ। ਹੁਣ ਜਿਹੜਾ ਬੰਦਾ ਇੱਥੇ ਯੈਸ ਵੀ ਲਿਖਿਆ ਹੋਊਗਾ ਬੱਚੇ, ਉਹ ਵੀ ਗਲਤ ਨਹੀਂ, ਪਰ ਜਿਹੜਾ ਨੋ ਲਿਖਿਆ ਉਹ ਵੀ ਗਲਤ ਨਹੀਂ। ਪਰ ਤੁਸੀਂ ਨੋ ਲਿਖਿਆ ਹੀ ਹੋ ਕਿਉਂਕਿ ਸਾਡੇ ਕੋਲੇ ਪੋਰਟਲ ਦੀ ਸਾਈਡ ਤੇ ਨੋ ਲਿਖਿਆ ਹੋਇਆ ਹੈ। ਮੈਂ ਹੋਵਾਂ ਇਦਾਂ ਦਾ ਕੁਐਸਚਨ ਪੇਪਰ 'ਚ ਕਦੇ ਨਾ ਪਾਵਾਂ। ਚਲੋ ਉਸ ਤੋਂ ਬਾਅਦ ਹੈ ਜੀ ਲਾਸਟ ਕੁਐਸਚਨ ਹੈ ਤੁਹਾਡਾ ਕਿ ਵਾਟ ਇਜ਼ ਆਰਨਸ ਰੋਡ। ਆਰਨਸ ਰੋਡ ਕੀ ਹੈ? ਤਾਂ ਮੈਂ ਤੁਹਾਨੂੰ ਇਹਦੀ ਬੇਟਾ ਪਿਕ ਵੀ ਦਿਖਾਈ ਸੀਗੀ ਵੀਡੀਓ ਦੇ ਵਿੱਚ, ਜੇ ਤੁਹਾਨੂੰ ਯਾਦ ਹੋਵੇ ਤਾਂ ਇੱਕ ਰੋਡ ਹੁੰਦੀ ਹੈ, ਸ਼ਾਖਾ ਹੁੰਦੀ ਹੈ, ਐਕਚੁਅਲੀ ਟਹਿਣੀ ਜੀ ਹੁੰਦੀ ਹੈ ਪੌਦੇ ਦੀ, ਜਿਹਦੇ ਉੱਪਰ ਨਾ ਬਹੁਤ ਪਿਆਰੇ ਜਿਹੇ ਫੁੱਲ ਹੁੰਦੇ ਆ, ਪੈਦਾ ਹੁੰਦੇ ਆ, ਉਸ ਨੂੰ ਅਸੀਂ ਆਰਨਸ ਰੋਡ ਕਹਿੰਦੇ ਆ। ਤੇ ਇਹਦਾ ਆਨਸਰ ਹੈ ਜੀ ਆ ਮੈਜੀਕਲ ਰੋਡ ਦੈਟ ਬਲੌਸਮਡ ਐਂਡ ਯੀਲਡਡ ਆਲਮੰਡਸ। ਕਿ ਇੱਕ ਮੈਜੀਕਲ ਰੋਡ ਹੁੰਦੀ ਹੈ ਜੀ ਜਿਸ ਦੇ ਉੱਪਰ ਫੁੱਲ ਪੈਦਾ ਹੁੰਦੇ ਆ, ਬਲੌਸਮ ਦਾ ਮਤਲਬ ਫਲਾਵਰਸ ਹੁੰਦੇ ਆ, ਐਂਡ ਯੀਲਡਡ ਆਲਮੰਡਸ, ਅਤੇ ਉਹ ਉੱਤੇ ਆਲਮੰਡਸ ਬਦਾਮ ਦਿੰਦੀ ਹੈ ਉਹ ਆ ਰੋਡ ਜਿਹੜੀ ਹੁੰਦੀ ਹੈ। ਤਾਂ ਇਹ ਤੁਸੀਂ ਲਾਈਨ ਯਾਦ ਕਰ ਲਿਓ। ਤਾਂ ਇਸ ਤਰੀਕੇ ਨਾਲ ਇਹ ਜਿਹੜਾ ਸਾਡਾ ਇਹ ਵਾਲਾ ਸਟੱਡੀ ਮਟੀਰੀਅਲ ਇਹ ਤਾਂ ਖਤਮ ਹੋ ਗਿਆ। ਇੱਕ ਹੋਰ ਹੈ, ਆਪਾਂ ਉਹ ਵੀ ਦੇਖ ਲੈਂਦੇ ਹਾਂ, ਸਟੱਡੀ ਮਟੀਰੀਅਲ ਨੰਬਰ 1। ਇਹਦੇ ਵਿੱਚ ਵੀ ਕੁਝ ਕੁਐਸਚਨ ਹੈ। ਤਾਂ ਇਹਦਾ ਪਹਿਲਾ ਕੁਐਸਚਨ ਹੈ ਜੀ, ਅਕੋਰਡਿੰਗ ਟੂ ਹੈਲਨ ਕੈਲਰ what was the most important day in all her life। ਇੰਪੋਰਟੈਂਟ ਕੁਐਸਚਨ ਹੈ ਜੀ ਇਹ ਕਿ ਹੈਲਨ ਕੈਲਰ ਦੇ ਅਨੁਸਾਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਕਿਹੜਾ ਸੀ। ਤਾਂ ਸਭ ਤੋਂ ਵਧੀਆ ਦਿਨ ਉਹ ਸੀ ਬੱਚਿਓ ਜਿਸ ਦਿਨ ਉਹ ਆਪਣੇ ਟੀਚਰ ਨੂੰ ਮਿਲੀ ਸੀ। ਅਕੋਰਡਿੰਗ ਟੂ ਹੈਲਨ ਕੈਲਰ ਦਾ ਮੋਸਟ ਇੰਪੋਰਟੈਂਟ ਡੇ in all her life was the day on which her teacher Anne Sullivan came into her life। ਤੁਸੀਂ ਇੱਥੋਂ ਆਨਸਰ ਚੱਕ ਲਓ, ਦਾ ਤੋਂ ਚੱਕ ਲਓ, the day on which her teacher Anne Sullivan came into her life। ਜਿਸ ਦਿਨ ਉਸ ਦੀ ਟੀਚਰ ਐਨ ਸੁਲੇਵਾਨ ਉਸ ਦੀ ਜ਼ਿੰਦਗੀ ਚ ਆਈ, ਉਹ ਉਸ ਦਾ ਜ਼ਿੰਦਗੀ ਦਾ ਦਿਨ ਸਭ ਤੋਂ ਵਧੀਆ ਦਿਨ ਸੀਗਾ। ਦੇਖੋ ਕਿੰਨੀ ਵਧੀਆ ਉਸਨੇ ਇੰਪੋਰਟੈਂਸ ਦਿੱਤੀ ਹੈ। ਉਹਨੇ ਇਹ ਨਹੀਂ ਕਿਹਾ ਕਿ ਜਿੱਦਣ ਮੈਂ ਪੈਦਾ ਹੋਈ ਹਾਂ ਉਹ ਮੇਰਾ ਦਿਨ ਸਭ ਤੋਂ ਵਧੀਆ ਸੀ, ਜਾਂ ਜਿਸ ਦਿਨ ਮੈਂ ਅਮਰੀਕਾ ਗਈ, ਇੰਗਲੈਂਡ ਗਈ, ਜਾਂ ਬਾਹਰਲੇ ਦੇਸ਼ਾਂ 'ਚ ਘੁੰਮੀ ਉਹ ਮੇਰਾ ਦਿਨ ਸਭ ਤੋਂ ਵਧੀਆ ਸੀ। ਨੋ, ਉਹਨੇ ਦੇਖੋ ਕਿੱਡੀ ਵਧੀਆ ਰਿਗਾਰਡ ਦਿੱਤੀ ਆਪਣੇ ਟੀਚਰ ਨੂੰ ਕਿ ਜਿਸ ਦਿਨ ਮੈਂ ਆਪਣੇ ਟੀਚਰ ਨੂੰ ਮਿਲੀ ਉਹ ਸਭ ਤੋਂ ਵਧੀਆ ਦਿਨ ਸੀ ਮੇਰੀ ਜ਼ਿੰਦਗੀ ਦਾ। ਸੈਕਿੰਡ ਕੁਐਸਚਨ ਅਸੀਂ ਕਰ ਚੁੱਕੇ ਜੀ ਕਿ ਕਿੰਨੀ ਦੇਰ ਦੀ ਸੀ ਹੈਲਨ ਕੈਲਰ ਜਦੋਂ ਉਸ ਨੂੰ ਉਹਦੀ ਟੀਚਰ ਮਿਲਣ ਆਈ। ਤੇ ਇਹ ਦੇਖ ਲਓ ਤੀਸਰਾ, ਵਿਚ ਪਲਾਂਟ ਕਵਰਡ ਦਾ ਪੋਰਚ ਆਫ ਹੈਲਨਸ ਹਾਊਸ। ਹੈਲਨ ਦੇ ਘਰ ਦੇ ਪੋਰਚ ਦੇ ਵਿੱਚ ਕਿੱਦਾਂ ਦੇ ਪਲਾਂਟ, ਕਿਹੜਾ ਪਲਾਂਟ ਉੱਗਿਆ ਹੋਇਆ ਸੀ। ਤਾਂ ਇੱਕ ਬੇਟਾ ਮੈਂ ਤੁਹਾਨੂੰ ਉਹਦੀ ਪਿਕ ਵੀ ਦਿਖਾਈ ਸੀ, ਮੈਨੂੰ ਯਾਦ ਹੈ ਐਕਸਪਲੇਨੇਸ਼ਨ ਦੇ ਵਿੱਚ, ਹਨੀ ਸਕਲ। ਤਾਂ ਹਨੀ ਸਕਲ ਇੱਕ ਫਲਾਵਰਸ ਹੁੰਦੇ ਆ ਇੱਕ ਤਰ੍ਹਾਂ ਦੇ, ਤਾਂ ਉਹ ਉਸਦੇ ਪੋਰਚ ਦੇ ਵਿੱਚ, ਉਹਨਾਂ ਦੇ ਘਰ ਦੇ ਪੋਰਚ ਦੇ ਵਿੱਚ ਖਿਲੇ ਹੋਏ ਸੀ। ਇਹ ਵੀ ਆਪਾਂ ਕਰ ਚੁੱਕੇ। ਪਹਿਲਾ ਵਰਡ ਡੋਲ ਸੁੱਟਿਆ ਸੀਗਾ ਜੀ, ਪਹਿਲਾ ਵਰਡ ਡੋਲ ਸਿੱਖਿਆ ਸੀ। ਤੇ ਪੰਜਵਾਂ ਕਿ ਕੀ ਚੀਜ਼ ਉਸਨੇ ਭਗਾ ਕੇ ਮਾਰੀ ਸੀ, ਹੈਲਨ ਡੈਸ਼ਡ ਔਨ ਦਾ ਫਲੋਰ। ਫਲੋਰ ਤੇ ਕੀ ਚੀਜ਼ ਭਗਾ ਕੇ ਮਾਰੀ ਸੀ, ਡੋਲ ਭਗਾ ਕੇ ਮਾਰੀ ਸੀ ਜੀ, ਉਸਨੇ ਡੋਲ ਤੋੜਤੀ ਸੀਗੀ। ਹਾਂ ਇਹ ਕੁਐਸਚਨ ਠੀਕ ਹੈ ਜੀ। 6ਵਾਂ ਕੁਐਸਚਨ ਸਹੀ ਹੈ। ਦੇਖੋ, ਐਟ ਫਰਸਟ ਹੈਲਨ couldn't tell the difference between mug and water। ਇਹ ਕੁਐਸਚਨ ਸਹੀ ਬਣਿਆ ਹੋਇਆ। ਇੱਥੇ ਦੇਖੋ ਕਿਵੇਂ ਸਹੀ ਬਣਿਆ, ਇੱਥੇ ਉਹਨਾਂ ਨੇ ਐਟ ਫਰਸਟ ਪਾਤਾ ਕਿ ਸ਼ੁਰੂ ਦੇ ਵਿੱਚ ਹੈਲਨ ਮੱਗ ਤੇ ਵਾਟਰ ਦੇ ਵਿਚਕਾਰ ਡਿਫਰੈਂਸ ਨਹੀਂ ਦੱਸ ਸਕੀ। ਇਹ ਠੀਕ ਹੈ, ਟਰੂ, ਇਹ ਸਹੀ ਹੈ ਕੁਐਸਚਨ।
ਕਿਉਂਕਿ ਇਹਨਾਂ ਨੇ ਇਹ ਪਾਤਾ ਐਟ ਫਸਟ। ਜੇ ਇੱਥੇ ਐਟ ਫਸਟ ਨਾ ਪਾਇਆ ਹੁੰਦਾ, ਜਿਵੇਂ ਕਿ ਪਹਿਲਾਂ ਪਾਇਆ ਹੋਇਆ, ਉਹ ਗਲਤ ਹੈ ਕੁਐਸਚਨ, ਕਿਉਂਕਿ ਬਾਅਦ ਚ ਤੁਹਾਨੂੰ ਪਤਾ ਲੱਗ ਗਿਆ ਨਾ, ਬਾਅਦ ਚ ਤਾਂ ਉਸਨੂੰ ਪਤਾ ਲੱਗ ਗਿਆ ਸੀ ਮੱਗ ਕੀ ਹੈ, ਵਾਟਰ ਕੀ ਹੈ। ਤਾਂ ਇਹ ਕੁਐਸਚਨ ਠੀਕ ਹੈ ਜੀ, ਇਹ ਕੁਐਸਚਨ ਪੇਪਰ ਚ ਵੀ ਆ ਸਕਦਾ ਹੈ, ਸਹੀ ਇਹ ਕੁਐਸਚਨ ਬਣਿਆ ਹੋਇਆ, ਤਾਂ ਤੁਸੀਂ ਟਰੂ ਲਿਖਣਾ ਹੈ। ਸੱਤਵਾਂ ਹੈ ਐਟ ਦਾ ਵੈਲ ਹਾਊਸ ਦਾ ਮਿਸਟਰੀ ਆਫ, ਕਿਸ ਦੀ ਮਿਸਟਰੀ ਉਸਨੂੰ ਪਤਾ ਲੱਗੀ, ਹੈਲਨ ਨੂੰ। ਮੈਂ ਪਹਿਲਾਂ ਹੀ ਦੱਸਿਆ ਉਸਨੂੰ ਲੈਂਗੁਏਜ ਦੀ ਮਿਸਟਰੀ ਪਤਾ ਲੱਗੀ ਸੀ। ਇੱਥੇ ਦੇਖੋ ਵਰਡ ਨਹੀਂ ਪੁੱਛਿਆ ਹੋਇਆ, ਇੱਥੇ ਮਿਸਟਰੀ ਪੁੱਛੀ ਹੋਈ ਹੈ, ਤਾਂ ਮਿਸਟਰੀ ਉਸਨੂੰ ਲੈਂਗੁਏਜ ਦੀ ਪਤਾ ਲੱਗੀ ਸੀ। ਕਿਹੜੇ ਵਰਡ ਦੇ ਥਰੂ ਪਤਾ ਲੱਗੀ ਸੀ, ਵਾਟਰ ਦੇ ਥਰੂ। ਤਾਂ ਇਹ ਧਿਆਨ ਰੱਖਣਾ, ਲੈਂਗੁਏਜ ਪਾਣਾ ਹੈ ਜੀ ਆਂਸਰ। ਤਾਂ ਦੋ ਵਰਡਸ ਪੁੱਛੇ ਨੇ ਜੀ, ਜਿਹੜੇ ਨਰੇਟਰ ਦੇ ਟੀਚਰ ਨੇ ਉਸ ਨੂੰ ਸਿਖਾਏ, ਤਾਂ ਕੋਈ ਵੀ ਦੋ ਵਰਡ ਲਿਖ ਸਕਦੇ ਹੋ। ਤਾਂ ਤੁਸੀਂ ਲਿਖ ਦੋ ਡੋਲ ਤੇ ਪਿਨ। ਪਿਨ ਯਾਦ ਹੈ, ਕਰਨਾ ਆਸਾਨ ਹੈ, ਤਾਂ ਤੁਸੀਂ ਪਿਨ ਲਿਖ ਸਕਦੇ ਹੋ। 9th ਕੁਐਸਚਨ ਕਰ ਚੁੱਕੇ ਕਿ ਐਨ ਮੈਨਸਫੀਲਡ ਸੁਲੇਵਾਨ ਦੀ ਜਿਹੜੀ ਡੋਲ ਸੀ, ਜੋ ਉਸਨੇ ਹੈਲਨ ਕੈਲਰ ਨੂੰ ਦਿੱਤੀ ਸੀ, ਉਸ ਨੂੰ ਡਰੈਸ ਅਪ ਕਿਨੇ ਕੀਤਾ ਸੀ। ਤਾਂ ਇਹ ਹੈ ਦਾ ਲਿਟਲ ਬਲਾਈਂਡ ਚਿਲਡਰਨ ਐਟ ਪਰਕਿੰਸ ਇੰਸਟੀਟਿਊਸ਼ਨ ਨੇ, ਨੋ, ਉਹਨਾਂ ਨੇ ਡਰੈਸ ਅਪ ਨਹੀਂ ਸੀ ਕੀਤਾ, ਉਹਨਾਂ ਨੇ ਸਿਰਫ ਡੋਲ ਦਿੱਤੀ ਸੀਗੀ। ਤਾਂ ਕੱਪੜੇ ਵਗੈਰਾ ਨਹੀਂ ਸੀ ਸਵਾ ਕੇ ਪਵਾਏ ਉਸ ਡੋਲ ਦੇ ਉੱਪਰ। ਲੌਰਾ ਬ੍ਰਿਗਮੈਨ ਬਿਲਕੁਲ ਠੀਕ ਹੈ। ਲੌਰਾ ਟਰੰਪ ਦਾ ਨਾਮ ਹੀ ਨਹੀਂ ਚੈਪਟਰ ਚ ਆਇਆ, ਨਨ ਆਫ ਦੀ ਅਬਵ ਆ ਹੀ ਨਹੀਂ ਸਕਦਾ, ਕਿਉਂਕਿ ਆਂਸਰ ਸਾਡਾ ਆ ਚੁੱਕਿਆ। ਤਾਂ ਆਂਸਰ ਕੀ ਹੈ ਜੀ, ਬੀ, ਲੌਰਾ ਬ੍ਰਿਗਮੈਨ। ਤਾਂ ਤੁਸੀਂ ਇਸ ਤਰੀਕੇ ਦੇ ਨਾਲ ਬੇਟਾ ਇਹ ਸਾਰੇ ਕੁਐਸਚਨਸ ਕਰ ਲੈਣੇ ਨੇ। ਫਿਰ ਹੈ ਜੀ ਸਾਡੇ ਸ਼ਾਰਟ ਆਂਸਰ ਟਾਈਪ ਕੁਐਸਚਨਸ, ਇਹ ਅਸੀਂ ਆਲਰੇਡੀ ਕਰ ਚੁੱਕੇ, ਇਹ ਅਸੀਂ ਆਲਰੇਡੀ ਬੇਟਾ ਕਰੇ ਹੋਏ ਆ। ਇਸ ਦੀ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕੀਤੀ ਹੋਈ ਆ, ਉਸ ਦੇ ਵਿੱਚ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾਏ ਹੋਏ ਆ, ਤੁਸੀਂ ਆਪਣੀਆਂ ਫੇਅਰ ਨੋਟਬੁੱਕਸ ਦੇ ਉੱਤੇ ਉਤਾਰੇ ਵੀ ਹੋਏ ਆ। ਅਤੇ ਉਸ ਤੋਂ ਬਾਅਦ ਬੇਟਾ ਜਿਹੜਾ ਲੌਂਗ ਆਂਸਰ ਟਾਈਪ ਕੁਐਸਚਨ ਹੈ, ਉਹਦੇ ਵਿੱਚ ਤੁਹਾਡਾ ਥੀਮ ਬਣਦਾ ਹੈ, ਜਾਂ ਫਿਰ ਹੈਲਨ ਕੈਲਰ ਦਾ ਬੇਟਾ ਜਿਹੜਾ ਕਰੈਕਟਰ ਸਕੈਚ ਬਣਦਾ ਹੈ, ਜਿਹਦਾ ਤੁਸੀਂ ਮੈਨੂੰ ਟੈਸਟ ਵੀ ਦੇ ਚੁੱਕੇ ਹੋ ਇਸ ਹਫਤੇ। ਮਤਲਬ ਤੁਹਾਡੀ ਪ੍ਰੈਕਟਿਸ ਟੈਸਟ ਮੈਂ ਲੈ ਰਹੇ ਹਾਂ ਕਲਾਸਿਸ ਦੇ ਵਿੱਚ, ਤਾਂ ਤੁਸੀਂ ਇਹ ਕਰ ਚੁੱਕੇ ਹੋ। ਤਾਂ ਇਸ ਤਰੀਕੇ ਨਾਲ ਬੇਟਾ ਇਹ ਆਪਣਾ ਸਾਰਾ ਚੈਪਟਰ ਕਵਰ ਹੁੰਦਾ ਹੈ।